ਹੈਲੋ ਸਟੂਡੈਂਟਸ, ਅਸੀਂ ਕਰ ਰਹੇ ਹਾਂ ਕਲਾਸ 9th ਚੈਪਟਰ 7th ਟ੍ਰਾਇੰਗਲਸ ਤ੍ਰੈਭੁਜ ਇੰਟਰੋਡਕਸ਼ਨ। ਸੋ ਅਸੀਂ ਆਪਣੀ ਜਿਹੜੀ ਕਲਾਸ 9 ਦਾ ਚੈਪਟਰ 7 ਹੈ ਟ੍ਰਾਇੰਗਲ ਔਰ ਤ੍ਰੈਭੁਜ, ਇਸ ਦੀ ਇੰਟਰੋਡਕਸ਼ਨ ਕਰਾਂਗੇ ਜੋ ਸਾਡੀ ਅੱਜ ਦੀ ਫਸਟ ਕਲਾਸ ਹੋਏਗੀ, ਜਿਸ ਨੂੰ ਅਸੀਂ ਕਹਾਂਗੇ ਆਪਣਾ ਪਾਰਟ 1 ਹੋਏਗਾ ਸਾਡਾ ਜੋ। ਸੋ ਸਭ ਤੋਂ ਪਹਿਲਾਂ ਅਸੀਂ ਜੋ ਚੈਪਟਰ ਦਾ ਨਾਮ ਹੈ ਟ੍ਰਾਇੰਗਲਸ, ਉਸ ਤੇ ਹੀ ਗੱਲ ਕਰਾਂਗੇ। ਸੋ ਟ੍ਰਾਇਐਂਗਲ ਜਾਂ ਤ੍ਰੈਭੁਜ, ਸੋ ਅਸੀਂ ਲਿਖਦੇ ਹਾਂ ਟ੍ਰਾਈ ਐਂਗਲਸ ਜਾਂ ਫਿਰ ਅਸੀਂ ਇਸ ਨੂੰ ਕਹਿੰਦੇ ਹਾਂ ਤ੍ਰੈਭੁਜ। ਹੁਣ ਦੋਵਾਂ ਦੇ ਵਿੱਚ ਕੀ ਫਰਕ ਹੈ ਅਸੀਂ ਦੇਖਦੇ ਹਾਂ। ਇਸ ਨੂੰ ਦੋ ਭਾਗਾਂ 'ਚ ਅਸੀਂ ਤੋੜਦੇ ਹਾਂ, ਟ੍ਰਾਈ ਤੇ ਨਾਲ ਤੋੜਦੇ ਹਾਂ ਇੱਕ ਵਰਡ ਲਿਖਦੇ ਹਾਂ ਅਸੀਂ ਐਂਗਲਸ। ਹੁਣ ਜਿਹੜਾ ਟ੍ਰਾਈ ਹੁੰਦਾ ਇਸ ਦਾ ਮਤਲਬ ਹੋ ਗਿਆ ਸਾਡੇ ਕੋਲ 3, ਟ੍ਰਾਈ ਮਤਲਬ 3, ਐਂਗਲਸ ਮਤਲਬ ਕਿ ਸਾਡੇ ਕੋਲ ਜਿਹੜੇ ਇਸ ਦੇ ਵਿੱਚ ਕੋਣ ਹੋਣਗੇ ਉਹ ਕਿੰਨੇ ਹੋਣਗੇ, 3 ਹੋਣਗੇ। ਠੀਕ ਹੈ। ਸੋ ਜਦੋਂ ਅਸੀਂ ਪੰਜਾਬੀ ਵਿੱਚ ਲਿਖਦੇ ਹਾਂ ਤਾਂ ਅਸੀਂ ਦੋ ਸ਼ਬਦ ਲਿਖਦੇ ਹਾਂ, ਇੱਕ ਅਸੀਂ ਤ੍ਰੈਭੁਜ ਲਿਖਦੇ ਹਾਂ, ਇੱਕ ਅਸੀਂ ਲਿਖਦੇ ਹਾਂ ਤਿਕੋਣ। ਸੋ ਇਸ ਵਕਤ ਜੋ ਸਾਡੇ ਕੋਲ ਹੈ ਤਾਂ ਸਾਡੇ ਕੋਲ ਅਸੀਂ ਗੱਲ ਕਰਾਂਗੇ ਕਿ ਸਾਡੇ ਕੋਲ ਟ੍ਰਾਇੰਗਲ ਦੇ ਅਕੋਰਡਿੰਗਲੀ ਅਸੀਂ ਤਿਕੋਣ ਪੜ੍ਹਦੇ ਹਾਂ। ਠੀਕ ਹੈ। ਹੁਣ ਜਿਹੜਾ ਇਸ ਦੇ ਵਿੱਚ ਤੇ ਮਤਲਬ ਹੈ ਜਾਂ ਇਸ ਦੇ ਵਿੱਚ ਵੀ ਦੋਵਾਂ 'ਚ ਹੈ, ਦੋਵਾਂ ਦਾ ਮਤਲਬ ਸਾਡੇ ਕੋਲ ਹੈ 3। ਠੀਕ ਹੈ, ਮਤਲਬ ਕਿ 3 ਕੋਣ ਹੋ ਗਏ ਸਾਡੇ ਕੋਲ। ਠੀਕ ਹੈ, 3 ਕੋਣ ਜਿਸ ਵੀ ਬਹੁਭੁਜ ਦੇ ਵਿੱਚ ਹੁੰਦੇ ਹਨ ਸਾਡੇ ਕੋਲ ਤੇ ਉਹ ਪੂਰੀ ਬੰਦ ਹੋਵੇ, ਉਸ ਨੂੰ ਅਸੀਂ ਤ੍ਰੈਭੁਜ ਜਾਂ ਤਿਕੋਣ ਦਾ ਨਾਮ ਜਿਹੜਾ ਕਿ ਦਿੰਦੇ ਹਾਂ। ਬਸ ਥੋੜਾ ਜਿਹਾ ਫਰਕ ਹੈ ਸਾਡੇ ਕੋਲ, ਜੇ ਕੋਣ ਲਿਖਿਆ ਹੈ ਜਾਂ ਕਿ ਭੁਜ ਲਿਖਿਆ ਹੈ। ਜੇਕਰ ਸਾਡੇ ਕੋਲ ਭੁਜ ਲਿਖਿਆ ਹੈ ਤ੍ਰੈਭੁਜ, ਤਾਂ ਇਸ ਦਾ ਮਤਲਬ ਹੋਏਗਾ, ਤ੍ਰੈ ਦਾ ਮਤਲਬ ਅਸੀਂ ਪੜ੍ਹ ਲਿਆ 3, ਭੁਜ ਦਾ ਮਤਲਬ ਸਾਡੇ ਕੋਲ ਹੋ ਜਾਏਗਾ ਭੁਜਾਵਾਂ। ਸੋ ਕਿੰਨੀਆਂ ਭੁਜਾਵਾਂ ਹੋਏਗੀਆਂ ਸਾਡੇ ਕੋਲ, 3 ਭੁਜਾਵਾਂ ਵਾਲੀ ਬੰਦ ਆਕ੍ਰਿਤੀ ਜਿਹੜੀ ਸਾਡੇ ਕੋਲ ਹੋਏਗੀ। ਸੋ 3 ਸਾਈਡਸ ਇਨਕਲੋਜ਼ਡ ਫਿਗਰ ਜਿਹੜੀ ਸਾਡੇ ਕੋਲ ਹੋਏਗੀ ਉਹ ਸਾਡਾ ਟ੍ਰਾਇੰਗਲਸ ਨਹੀਂ, ਉਸ ਨੂੰ ਬੋਲਾਂਗੇ ਤ੍ਰੈਭੁਜ ਬੋਲਾਂਗੇ। ਠੀਕ ਆ, ਇੰਗਲਿਸ਼ ਦੇ ਵਿੱਚ ਅਸੀਂ ਟ੍ਰਾਇੰਗਲਸ ਵੀ ਬੋਲਦੇ ਹਾਂ, ਪਰ ਪੰਜਾਬੀ 'ਚ ਤ੍ਰੈਭੁਜ। ਜੇ ਤਾਂ ਤ੍ਰੈਭੁਜ ਲਿਖਦੇ ਹਾਂ ਅਸੀਂ ਕਹਿੰਦੇ ਹਾਂ ਕਿ 3 ਭੁਜਾਵਾਂ ਵਾਲੀ ਬੰਦ ਆਕ੍ਰਿਤੀ, ਉਸ ਨੂੰ ਅਸੀਂ ਤ੍ਰੈਭੁਜ ਕਹਿੰਦੇ ਹਾਂ। ਪਰ ਜੇਕਰ ਅਸੀਂ ਤਿਕੋਣ ਦੀ ਗੱਲ ਕਰੀਏ ਤਾਂ ਅਸੀਂ ਕਹਾਂਗੇ ਕਿ ਉਹ ਬੰਦ ਆਕ੍ਰਿਤੀ ਜਿਸ ਦੇ 3 ਕੋਣ ਹੋਣ ਉਸ ਨੂੰ ਅਸੀਂ ਤਿਕੋਣ ਬੋਲਦੇ ਹਾਂ। ਸੋ ਕੋਣ ਤੇ ਭੁਜ ਤੋਂ ਦੋਵਾਂ ਤੋਂ ਸਾਡੇ ਕੋਲ ਥੋੜਾ ਜਿਹਾ ਡਿਫਰੈਂਸ ਆਉਂਦਾ ਹੈ। ਸੋ ਇੰਗਲਿਸ਼ ਦੇ ਵਿੱਚ ਅਸੀਂ ਟ੍ਰਾਇੰਗਲਸ ਹੀ ਕਹਿ ਦਿੰਦੇ ਹਾਂ। ਸੋ ਇਹ ਤਾਂ ਸਾਡੀ ਸੀ ਇੱਕ ਬੇਸਿਕ ਜਿਹੀ ਤ੍ਰੈਭੁਜ ਦੇ ਬਾਰੇ ਇੰਟਰੋਡਕਸ਼ਨ। ਥੋੜਾ ਜਿਹਾ ਅਸੀਂ ਜਾਣਿਆ ਕਿ ਤ੍ਰੈਭੁਜ ਕੀ ਹੁੰਦੀ ਹੈ। ਹੁਣ ਜੋ ਸਾਡਾ ਚੈਪਟਰ ਹੈ ਜਾਂ ਅਧਿਆਇ ਹੈ ਸਾਡਾ 7ਵਾਂ, ਇਸ ਦੇ ਵਿੱਚ ਤ੍ਰੈਭੁਜ ਦੇ ਬਾਰੇ ਅਸੀਂ ਕਿਹੜੀ ਚੀਜ਼ ਪੜ੍ਹਾਂਗੇ ਉਸ ਦੇ ਬਾਰੇ ਗੱਲ ਕਰਾਂਗੇ। ਅਸੀਂ ਪੜ੍ਹਨਾ ਹੈ ਸਰਬੰਗ ਸਮਤਾ ਕਿਹਦੀ, ਤ੍ਰੈਭੁਜ ਦੀ। ਤ੍ਰੈਭੁਜ ਦੀ ਸਰਬੰਗ ਸਮਤਾ ਪੜ੍ਹਨੀ ਹੈ ਅਸੀਂ, ਜਿਸ ਨੂੰ ਅਸੀਂ ਬੋਲਦੇ ਹਾਂ ਕੌਂਗਰੈਂਸੀ ਆਫ ਟ੍ਰਾਇੰਗਲਸ। ਸੋ ਕੀ ਹੁੰਦੀ ਹੈ ਕੌਂਗਰੈਂਸੀ, ਜਾਂ ਜਿਸ ਦੀ ਅਸੀਂ ਗੱਲ ਕਰਾਂਗੇ ਸਰਬੰਗ ਸਮਤਾ। ਸਰਬੰਗ ਸਮਤਾ ਦੀ ਗੱਲ ਕਰੀਏ ਤਾਂ ਇਸ ਨੂੰ ਅਸੀਂ ਤੋੜਦੇ ਹਾਂ, ਇੱਕ ਸ਼ਬਦ ਸਾਡੇ ਕੋਲ ਬਣ ਜਾਂਦਾ ਹੈ ਸਰਬ, ਦੂਸਰਾ ਬਣਦਾ ਹੈ ਸਾਡੇ ਕੋਲ ਇਸ ਤਰ੍ਹਾਂ ਅੰਗ, ਐਡੀ ਟਿੱਪੀ ਪੈਂਦਾ ਹੈ, ਪਰ ਅਸੀਂ ਗੱਲ ਕਰਦੇ ਹਾਂ ਟਿੱਪੀ ਪਾ ਕੇ ਗੱਗਾ ਪਾਉਂਦੇ ਹਾਂ ਅੰਗ, ਇਸ ਨੂੰ ਅਸੀਂ ਬੋਲਦੇ ਹਾਂ ਅੰਗ ਬੋਲਦੇ ਹਾਂ। ਅੰਗ ਸਮਤਾ, ਇਸ ਦਾ ਮਤਲਬ ਹੋ ਗਿਆ ਸਾਰੇ, ਇਸ ਦਾ ਮਤਲਬ ਹੋ ਗਿਆ ਅੰਗ, ਇਸ ਦਾ ਮਤਲਬ ਹੋ ਗਿਆ ਸਮਾਨ। ਸਾਰੇ ਅੰਗ ਸਮਾਨ ਜਿਸ ਦੇ ਵਿੱਚ ਹੁੰਦੇ ਹਨ ਉਹ ਸਾਡੇ ਕੋਲ ਸਰਬੰਗ ਸਮਤਾ ਜਿਹੜੀ ਕਿ ਬਣਾਉਂਦੀ ਹੈ। ਹਮੇਸ਼ਾ ਜਦੋਂ ਅਸੀਂ ਕੌਂਗਰੈਂਸੀ ਜਾਂ ਸਰਬੰਗ ਸਮਤਾ ਦਰਸਾਉਣੀ ਹੈ ਤਾਂ ਸਾਡੇ ਕੋਲ 2 ਫਿਗਰਸ ਜਾਂ 2 ਤੋਂ ਜ਼ਿਆਦਾ ਵੀ ਹੋ ਸਕਦੀਆਂ ਹਨ, ਅਸੀਂ ਲੈਂਦੇ ਹਾਂ। ਸੋ ਟ੍ਰਾਇੰਗਲਸ ਦੀ ਗੱਲ ਹੈ, ਅਸੀਂ 2 ਟ੍ਰਾਇੰਗਲਸ ਬਣਾਉਂਦੇ ਹਾਂ। ਦੇਖੋ ਇਹ ਬਣਾਈ ਇੱਕ ਟ੍ਰਾਇੰਗਲ, ਦੂਸਰੀ ਮੈਂ ਬਣਾਉਂਦਾ ਹਾਂ ਬਿਲਕੁਲ ਇਸ ਦੇ ਨਾਲ ਹੀ ਬਣਾ ਦਿੰਦਾ ਹਾਂ। ਹੁਣ ਦੇਖੋ ਇਸ ਸਾਡੇ ਕੋਲ ਹੈ ABC, PQ ਅਤੇ R। ਇੱਕ ਨੀਚੇ ਮੈਂ ਹੋਰ ਕਨਸੈਪਟ ਬਣਾਉਣਾ ਥੋੜਾ ਜਿਹਾ। ਦੇਖੋ ਇਹ ਮੇਰੇ ਕੋਲ ਹੋ ਗਈ, ਇਹ ਵੀ ABC, ਇਹਨੂੰ ਲੈਂਦੇ A', B', C' ਤੇ ਨਾਲ ਸਾਡੇ ਕੋਲ ਇੱਕ ਆ ਗਈ P', Q' ਤੇ R'। ਹੁਣ ਸਾਡੇ ਕੋਲ 2 ਸੈੱਟ ਅਸੀਂ ਬਣਾ ਲਏ ਹਨ ਤ੍ਰੈਭੁਜਾਂ ਦੇ। ਦੋਵਾਂ ਦੇ ਵਿੱਚ ਕੀ ਫਰਕ ਹੈ?
ਜੇਕਰ ਹੁਣ ਦੇਖੋ ਇਹ ਸਾਡੇ ਕੋਲ ਦੋਵੇਂ ਲੱਗ ਰਹੇ ਕਿ ਦੋਵੇਂ ਇੱਕੋ ਜਿਹੇ ਬਰਾਬਰ ਹਨ, ਸਾਡੇ ਕੋਲ ਇਹਨਾਂ ਦਾ ਰੂਪ ਜਿਹੜਾ ਹੈ, ਸਾਡੇ ਕੋਲ ਸ਼ੇਪ ਜਿਹੜੀ ਇੱਕੋ ਜਿਹੀ ਲੱਗ ਰਹੀ ਹੈ ਕਿ ਦੋਵੇਂ ਤ੍ਰੈਭੁਜ ਲੱਗ ਰਹੇ ਹਨ। ਸ਼ੇਪ ਇਹਨਾਂ ਦੀ ਵੀ ਸਾਡੇ ਕੋਲ ਇੱਕੋ ਜਿਹੀ ਹੈ, ਰੂਪ ਇਹਨਾਂ ਦਾ ਵੀ ਇੱਕੋ ਜਿਹਾ ਹੈ ਸਾਡੇ ਕੋਲ, ਠੀਕ ਹੈ। ਪਰ ਇਹਨਾਂ ਦਾ ਜਿਹੜਾ ਸਾਈਜ਼ ਹੈ ਜਾਂ ਆਕਾਰ ਹੈ ਉਹ ਇਹਦੇ ਨਾਲੋਂ ਅਲੱਗ ਹੈ, ਠੀਕ ਹੈ। ਦੇਖਣ ਨੂੰ ਇਹ ਵੀ ਦੋਵੇਂ ਤ੍ਰੈਭੁਜ ਨੇ, ਇਹ ਵੀ ਦੋਵੇਂ ਤ੍ਰੈਭੁਜ ਨੇ, ਪਰ ਜੇਕਰ ਅਸੀਂ ਇਸ ਤ੍ਰੈਭੁਜ ਨੂੰ ਇਹਦੇ ਉੱਪਰ ਰੱਖਦੇ ਹਾਂ ਲਿਆ ਕੇ ਤਾਂ ਇਸ ਨੂੰ ਪੂਰਾ ਕਵਰ ਕਰ ਲੈਂਦੀ ਹੈ। ਪਰ ਜੇ ਮੈਂ ਇਸ ਛੋਟੀ ਤ੍ਰੈਭੁਜ ਨੂੰ ਉਠਾ ਕੇ ਇਹਦੇ ਉੱਪਰ ਰੱਖਾਂ ਤਾਂ ਇਹ ਇਸ ਤ੍ਰੈਭੁਜ ਨੂੰ ਪੂਰਾ ਜਿਹੜਾ ਕਵਰ ਨਹੀਂ ਕਰੇਗੀ। ਜੇਕਰ ਮੈਂ ਇਸ ਤਰ੍ਹਾਂ ABC ਤ੍ਰੈਭੁਜ ਇਸ ਦੇ ਉੱਪਰ ਰੱਖਦਾ, ਇਹ ਵਾਲੀ ਵੱਡੇ ਵਾਲੀ ਇਹਦੇ ਉੱਪਰ ਰੱਖਦਾ ਤਾਂ ਇਸ ਨੂੰ ਕਵਰ ਕਰ ਜੇਗੀ ਪੂਰਾ। ਇਸ ਤਰ੍ਹਾਂ PQR ਜਿਹੜੀ ਆ ਉਹ ਵੀ ਇਸ ਨੂੰ ਪੂਰਾ ਜਿਹੜਾ ਕਿ ਕਵਰ ਕਰ ਜੇਗੀ। ਸੋ ਜਦੋਂ ਤਾਂ ਸਾਡੇ ਕੋਲ ਇਸ ਤਰ੍ਹਾਂ ਇੱਕ ਦੂਸਰੇ ਨੂੰ ਪੂਰਾ ਕਵਰ ਕਰਦੀਆਂ ਢੱਕਦੀਆਂ ਹਨ ਤਾਂ ਉਸ ਨੂੰ ਅਸੀਂ ਸਰਬੰਗ ਸਮਤਾ ਜਾਂ ਕੌਂਗਰੈਂਟ ਟ੍ਰਾਇੰਗਲਸ ਬੋਲਦੇ ਹਾਂ। ਕੀ ਬੋਲਦੇ ਹਾਂ ਅਸੀਂ? ਕੌਂਗਰੈਂਟ ਟ੍ਰਾਇੰਗਲਸ। ਸੋ ਜਦੋਂ ਸਾਡੇ ਕੋਲ ਦੇਖਣ ਨੂੰ ਇੱਕੋ ਜਿਹੀਆਂ ਹੋਣ ਪਰ ਇੱਕ ਦੂਜੇ ਨੂੰ ਕਵਰ ਨਾ ਕਰਨ, ਆਕਾਰ ਬਰਾਬਰ ਨਾ ਹੋਵੇ ਤਾਂ ਉਸ ਨੂੰ ਅਸੀਂ ਬੋਲਦੇ ਹਾਂ ਸਿਮਿਲਰ ਟ੍ਰਾਇੰਗਲਸ। ਹੁਣ ਦੇਖੋ ਇਹ ਸਾਡੇ ਕੋਲ ਦੇਖਣ ਨੂੰ ਤਾਂ ਇੱਕੋ ਜਿਹੀਆਂ ਲੱਗ ਰਹੀਆਂ ਨੇ ਦੋਵੇਂ, ਇਸ ਦਾ ਮਤਲਬ ਸਾਡੇ ਕੋਲ ਦੋ ਕਨਸੈਪਟ ਬਣ ਜਾਂਦੇ ਹਨ। ਇੱਕ ਕਨਸੈਪਟ ਸਾਡੇ ਕੋਲ ਬਣਦਾ ਹੈ ਕੌਂਗਰੈਂਟ ਤੇ ਦੂਸਰਾ ਬਣਦਾ ਹੈ ਸਿਮਿਲਰ। ਤੇ ਹੁਣ ਅਸੀਂ ਕੌਂਗਰੈਂਟ ਤੇ ਸਿਮਿਲਰ ਬਾਰੇ ਦੋਵਾਂ ਦੇ ਬਾਰੇ ਗੱਲ ਕਰਾਂਗੇ ਕਿ ਕੀ ਫਰਕ ਹੁੰਦਾ ਹੈ ਦੋਵਾਂ ਦੇ ਵਿੱਚ। ਹੁਣ ਇਸ ਦੇ ਵਿੱਚ ਅਸੀਂ ਲਿਖਦੇ ਹਾਂ, ਇੱਕ ਸਾਈਡ ਤੇ ਅਸੀਂ ਗੱਲ ਕਰਾਂਗੇ ਆਪਣੇ ਕੌਂਗਰੈਂਟ ਕਨਸੈਪਟ ਦੀ, ਇੱਕ ਸਾਈਡ ਤੇ ਸਿਮਿਲਰ ਦੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਤਾਂ ਅਸੀਂ ਇਹ ਦੇਖਾਂਗੇ ਕਿ ਇਹਨਾਂ ਦੇ ਜਿਹੜੇ ਸਾਈਨ ਹਨ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਦਰਸਾਉਣਾ ਹੈ। ਇਸ ਦਾ ਜਿਹੜਾ ਸਾਈਨ ਹੁੰਦਾ ਹੈ ਸਾਡੇ ਕੋਲ ਹੁੰਦਾ ਹੈ ਇਸ ਤਰ੍ਹਾਂ, ਇਹ ਚਿੰਨ੍ਹ ਹੁੰਦਾ ਹੈ ਇਸ ਦਾ ਸਿਮਿਲਰ ਦਾ। ਇਸ ਦੇ ਵਿੱਚ ਵੀ ਇਹ ਚਿੰਨ੍ਹ ਵਰਤਿਆ ਜਾਂਦਾ ਹੈ ਪਰ ਇਸ ਦੇ ਨੀਚੇ ਦੋ ਸਾਡੇ ਕੋਲ ਇੱਕ ਮਤਲਬ ਕਿ ਇਕੁਅਲ ਟੂ ਦਾ ਸਾਈਨ ਜਿਸ ਨੂੰ ਅਸੀਂ ਕਹੀਏ ਉਹ ਵੀ ਲੱਗਦਾ ਹੈ ਕਿ ਦੋ ਲਾਈਨਸ ਜਿਹੜੀਆਂ ਨੀਚੇ ਲੱਗਦੀਆਂ ਹਨ। ਸਭ ਤੋਂ ਪਹਿਲਾਂ ਸਾਡੇ ਕੋਲ ਦੋਵਾਂ 'ਚ ਚਿੰਨ੍ਹ ਆਉਂਦੇ ਹਨ। ਦੂਸਰੀ ਗੱਲ, ਇਸ ਦਾ ਸ਼ੇਪ ਐਂਡ ਸਾਈਜ਼ both are same। ਰੂਪ ਅਤੇ ਆਕਾਰ ਇੱਕੋ ਜਿਹੇ ਹੁੰਦੇ ਹਨ, ਠੀਕ ਹੈ। ਇਸ ਦੇ ਵਿੱਚ ਸਾਡੇ ਕੋਲ ਇਕੱਲਾ ਸ਼ੇਪ ਸੇਮ ਹੁੰਦੀ ਹੈ, ਸਿਰਫ ਇਕੱਲਾ ਰੂਪ ਇੱਕੋ ਜਿਹਾ ਹੁੰਦਾ ਹੈ। ਸੋ ਇਸ ਦੇ ਵਿੱਚ ਆਕਾਰ ਦੀ ਗੱਲ ਨਹੀਂ ਹੁੰਦੀ, ਆਕਾਰ ਵੱਡਾ ਛੋਟਾ ਹੋ ਸਕਦਾ ਹੈ ਪਰ ਦੋਵੇਂ ਜਿਹੜੀਆਂ ਫਿਗਰਸ ਹੋਣਗੀਆਂ ਸਾਡੇ ਕੋਲ ਇੱਕੋ ਜਿਹੀਆਂ ਹੋਣਗੀਆਂ। ਦੋਵੇਂ ਫਿਗਰਸ ਕਿਹੜੀਆਂ? ਟ੍ਰਾਇੰਗਲ ਦੀ ਗੱਲ ਕਰਦੇ ਹਾਂ ਅਸੀਂ। ਜਿਸ ਤਰ੍ਹਾਂ ਇਸ ਦੀ ਗੱਲ ਕਰੀਏ ਅਸੀਂ, ਇਹ ਸਾਡੇ ਕੋਲ ਆ ਜਾਂਦਾ ਹੈ ABC ਤੇ ਨਾਲ ਅਸੀਂ ਇੱਕ ਹੋਰ ਬਣਾਉਂਦੇ ਹਾਂ ਇਹ ਦੇਖੋ ਸਾਡੇ ਕੋਲ ਬਣਦੀ ਹੈ PQ ਅਤੇ R, ਠੀਕ ਹੈ। ਥੋੜਾ ਜਿਹਾ ਫਰਕ ਪੈਂਦਾ ਹੈ, ਦੁਬਾਰਾ ਬਣਾ ਦਿੰਦੇ ਹਾਂ। ਇਹ ਹੈ ਸਾਡੇ ਕੋਲ PQ ਅਤੇ R। ਹੁਣ ਇਹ ਦੋਵੇਂ ਸਾਡੇ ਕੋਲ ਵੇਖਣ ਨੂੰ ਜਿਹੜੀਆਂ ਕਿ ਇੱਕੋ ਜਿਹੀਆਂ ਹਨ। ਇਸ ਸਾਈਡ ਤੇ ਬਣਾਉਣਾ ਇੱਕ ਅਸੀਂ ਇਹ ਬਣਾਉਂਦੇ ਹਾਂ, ਦੂਸਰੀ ਅਸੀਂ ਬਣਾ ਦਿੰਦੇ ਹਾਂ ਥੋੜੇ ਸਾਈਜ਼ ਲਾਰਜ ਦੇ ਵਿੱਚ। A ਡੈਸ਼ B ਡੈਸ਼ C ਡੈਸ਼ P ਡੈਸ਼, ਇਹ ਸਾਡੇ ਕੋਲ ਆਉਂਦਾ ਹੈ P ਡੈਸ਼ Q ਡੈਸ਼ ਤੇ R ਡੈਸ਼, ਠੀਕ ਹੈ। ਹੁਣ ਦੇਖੋ ਇਹਦਾ ਸਾਡੇ ਕੋਲ ਸ਼ੇਪ ਵੀ ਇੱਕੋ ਜਿਹੀ ਹੈ, ਦੋਵੇਂ ਤ੍ਰੈਭੁਜ ਹਨ ਤੇ ਸਾਈਜ਼ ਵੀ ਇੱਕੋ ਜਿਹਾ ਹੈ। ਇਸ ਦਾ ਸ਼ੇਪ ਸੇਮ ਹੈ ਪਰ ਜਿਹੜਾ ਸਾਈਜ਼ ਹੈ ਉਹ ਇੱਕੋ ਜਿਹਾ ਨਹੀਂ ਹੈ, ਉਹ ਅਲੱਗ ਹੈ। ਹੁਣ ਕਿਹੜਾ ਕ੍ਰਾਈਟੇਰੀਆ ਜਿਹੜਾ ਅਸੀਂ ਵਰਤਦੇ ਹਾਂ, ਅਸੀਂ ਗੱਲ ਕਰਨੀ ਹੈ ਹੁਣ ਕ੍ਰਾਈਟੇਰੀਆ, ਜਿਸ ਨੂੰ ਅਸੀਂ ਬੋਲਦੇ ਹਾਂ ਮਾਪਦੰਡ। ਬਲਕਿ ਜਿਸ ਦੇ ਆਧਾਰ ਤੇ ਅਸੀਂ ਇਹ ਦੱਸਾਂਗੇ ਕਿ ਇਹ ਤ੍ਰੈਭੁਜ ਕੌਂਗਰੈਂਟ ਹੈ ਜਾਂ ਸਿਮਿਲਰ ਹੈ, ਠੀਕ ਹੈ। ਇਸ ਦੇ ਕਿਹੜੇ ਕਿਹੜੇ ਮਾਪਦੰਡ ਹਨ, ਇਸ ਦੇ ਕਿਹੜੇ ਕਿਹੜੇ ਮਾਪਦੰਡ ਹਨ, ਅਸੀਂ ਉਹਨਾਂ ਦੀ ਗੱਲ ਕਰਾਂਗੇ। ਸਿਮਿਲਰ ਦੀ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਇਸ ਦੇ ਮਾਪਦੰਡ ਹਨ ਸਾਡੇ ਕੋਲ SSS। ਸੋ ਦੂਸਰਾ ਮਾਪਦੰਡ ਹੈ ਇਸ ਦਾ SAS, ਤੀਸਰਾ ਮਾਪਦੰਡ ਲੱਗਦਾ ਇਸ ਦਾ AA ਔਰ ਜਾਂ ਫਿਰ AAA, ਠੀਕ ਹੈ। ਸੋ ਕੌਂਗਰੈਂਟ ਦੇ ਜਿਹੜੇ ਸਾਡੇ ਕੋਲ ਮਾਪਦੰਡ ਹਨ ਕਿਹੜੇ ਹਨ? SAS, ASA, ਫਿਰ ਆਉਂਦਾ ਸਾਡੇ ਕੋਲ SSS ਤੇ ਆਉਂਦਾ ਹੈ RHS, ਇਹ ਆਉਂਦਾ ਸਾਡੇ ਕੋਲ। ਹੁਣ ਅਸੀਂ ਇਹ ਦੋਵਾਂ ਦੇ ਮਾਪਦੰਡ ਜਿਹੜੇ ਸਿੱਖ ਲਏ ਹਨ।
ਸੋ ਹੁਣ ਜਿਹੜੀ ਸਾਡੀ ਨੈਕਸਟ ਕਲਾਸ ਹੋਵੇਗੀ ਉਸ ਦੇ ਵਿੱਚ ਅਸੀਂ ਕੌਂਗਰੈਂਟ ਬਾਰੇ ਹੀ ਗੱਲ ਕਰਾਂਗੇ। ਸਿਮਿਲਰ ਸਾਡਾ ਕਨਸੈਪਟ ਨਹੀਂ ਹੈ ਚੈਪਟਰ 7 ਦਾ, ਅਸੀਂ ਕੌਂਗਰੈਂਟ ਤੇ ਗੱਲ ਕਰਾਂਗੇ ਤੇ ਇਸ ਦੇ ਇਕੱਲਾ ਜਿਹੜਾ ਸਾਡੇ ਕੋਲ ਮਾਪਦੰਡ ਹੈ ਉਸ ਦੇ ਬਾਰੇ ਚਰਚਾ ਜਿਹੜੀ ਉਹ ਕਰਾਂਗੇ। ਫਿਰ ਅਸੀਂ ਆਪਣੀ ਅਗਲੀ ਕਲਾਸ ਦੇ ਵਿੱਚ, ਉਸ ਤੋਂ ਅਗਲੀ ਕਲਾਸ ਦੇ ਵਿੱਚ ਆਪਣੀ ਐਕਸਰਸਾਈਜ਼ ਜਿਹੜੀ 7.1 ਆ ਉਸ ਦੇ ਬਾਰੇ ਗੱਲ ਕਰਾਂਗੇ।